अस्सलाम वालेकुम जी। लो जी, तुहानूं एक असली गल 100% जिन्हां नाल राबता होया है और उन्हां दा पैगाम है, उन्हां दा सुनिया है। और अगर तुहानूं ਇਹ ਗੱਲ ਦੇ ਵਿੱਚ ਵਜ਼ਨ ਨਜ਼ਰ ਆਵੇ ਤੇ ਇਹਨੂੰ ਲਾਜ਼ਮੀ ਅੱਗੇ ਸ਼ੇਅਰ ਕਰਿਓ ਤਾਂ ਕਿ ਬਾਕੀਆ ਲੋਕ ਜਿਹੜੇ ਨੇ ਉਹ ਇਸ ਬਿਮਾਰੀ ਤੋਂ ਔਰ ਇਸ ਫਿਤਨੇ ਤੋਂ ਬਚ ਜਾਣ। ਕਿ ਜਿਹੜੇ ਲੋਕ ਇੰਨਾ ਇਤਮਾਦ ਸਭ ਤੋਂ ਪਹਿਲਾਂ ਕਾਰੀ, ਰਕਸ਼ਾ ਡਰਾਈਵਰ, ਵੈਗਨ ਵਾਲਾ ਔਰ ਤੁਹਾਡੇ ਖਾਸ ਪਰਸਨਲ ਜਨਾਬ ਮੇਰੀ ਜਿਹੜੇ ਜਿਨ੍ਹਾਂ ਦੇ ਉੱਤੇ ਤੁਸੀਂ ਇੰਨਾ ਯਕੀਨ ਕਰਦੇ ਹੋ ਵੀ ਇੰਨੇ ਸਾਲਾਂ ਤੋਂ ਸਾਡੇ ਘਰ ਇਹ ਆਮਦਾ ਜਾਂਦਾ ਹੈ, ਉਹਨਾਂ ਲੋਕਾਂ 'ਤੇ ਕੜੀ ਨਜ਼ਰ ਰੱਖਣਾ। ਖਾਸ ਕਰਕੇ ਜਿਹੜੇ ਬੱਚੇ ਨੇ, ਜਿਹੜੇ ਤੁਸੀਂ ਤਾਂ ਚੁੱਕਿਓ ਮੈਚੋਰ ਹੋ ਅਤੇ ਤੁਸੀਂ ਬੱਚਿਆਂ ਨੂੰ ਫਰੈਂਕਲੀ ਔਰ ਬੱਚਿਆਂ ਨੂੰ ਤੁਸੀਂ ਫਰੀ ਦੁੱਧ ਵਾਲਾ ਆ ਰਿਹਾ ਅਤੇ ਉਹਨੂੰ ਕੋਈ ਨਹੀਂ ਪੁੱਛਣ ਜਾ ਰਿਹਾ ਕਿ ਬਈ ਬੱਚੀ ਜੋ ਜਾ ਕੇ ਦੁੱਧ ਲਿਆਉਂਦੀ ਪਈ, ਬੱਚਾ ਲਿਆਉਂਦਾ ਪਿਆ। ਅਤੇ ਇਹਨਾਂ ਉੱਤੇ ਕੜੀ ਨਜ਼ਰ ਕਿਹੜੀ ਉਮਰ ਦੇ ਵਿੱਚ ਰੱਖੀ ਜਾਣੀ ਚਾਹੀਦੀ ਹੈ ਔਰ ਇਹਦੇ ਵਿੱਚ ਕਿਤਨੀ ਦੁਨੀਆ ਦਾ ਨੁਕਸਾਨ ਹੋਇਆ। ਉਹ ਲੋਕਾਂ ਦੀਆਂ ਇੱਜ਼ਤਾਂ ਤਾਰ ਹੋਈਆਂ ਨੇ। ਔਰ ਇਹ ਇੱਕ ਮੈਂ ਤੁਹਾਨੂੰ ਵਾਕਿਆ ਸੁਣਾਉਣ ਲਿਆ ਕਿ ਬਈ ਇਹ ਸਾਡਾ ਆਪਣਾ ਸਮਝ ਲਓ ਵੀ ਇਲਾਕੇ ਦਾ ਹੀ ਹੈ। ਅਤੇ ਉਸ ਬੰਦੇ ਨੇ ਕਿਹਾ ਕਿ ਵੀ ਸਾਡੀ ਬੱਚੀ ਆਈ ਹੈ ਸਕੂਲੋਂ ਆਣ ਕੇ 9ਵੀਂ ਜਮਾਤ ਦੀ ਤਾਲਬਾ ਹੈ, 9ਵੀਂ ਜਮਾਤ ਦੀ ਤਾਲਬਾ ਹੈ ਔਰ ਘਰ ਆਈ ਹੈ ਅਤੇ ਆਉਂਦੇ ਹੀ ਉਹਨੇ ਮਾਂ ਨੂੰ ਇਹ ਕਿਹਾ ਕਿ ਮੇਰੀ ਸ਼ਾਦੀ ਕਰ ਦਿਓ, ਮੇਰੀ ਸ਼ਾਦੀ ਕਰ ਦਿਓ। ਉਹ ਮਾਂ ਨੇ ਕਿਹਾ ਤੇਰਾ ਦਿਮਾਗ ਖਰਾਬ ਹੈ, ਤੂੰ ਬਸਤਾ ਲਾ, ਰੋਟੀ ਖਾ। ਤੇਰਾ ਉਹਨੇ ਕਿਹਾ ਕਿ ਪਤਾ ਨਹੀਂ ਉਂਝ ਮਜ਼ਾਕ ਕਰਦੀ ਵੀ, ਲੇਕਿਨ ਉਹ ਬੱਚੀ ਉਸ ਚੁੱਕੇ ਐਡੀ ਸੀਰੀਅਸ ਆਈ। ਉਹਨੇ ਕਿਹਾ ਮੈਂ ਰੋਟੀ ਨਹੀਂ ਖਾਣੀ ਹੈ ਔਰ ਕਮਰੇ ਚਲੀ ਗਈ। ਉਹ ਮਾਂ ਨੇ ਮਗਰ ਗਈ ਹੈ ਕਿ ਵੀ ਰੋਟੀ ਨਹੀਂ ਮੈਂ ਨਹੀਂ ਖਾਣੀ ਹੈ। ਉਹ ਜਦੋਂ ਉਹਨੇ ਦੇਖਿਆ ਨਾ ਕਿ ਵੀ ਸੀਰੀਅਸ ਹੈ, ਉਹਨੇ 2-4 ਛੱਡੀਆਂ ਵੀ ਕਿ ਵੀ ਤੇਰਾ ਦਿਮਾਗ ਖਰਾਬ ਹੋ ਗਿਆ, ਤੂੰ ਸ਼ਾਦੀ ਦੇ ਲਾਇਕ ਹੈ, ਨਹੀਂ ਮੈਂ ਸ਼ਾਦੀ ਕਰਨੀ। ਇੰਨੀ ਉਹ ਮੁਤਮਿਨ। ਅਤੇ ਉਹਨੇ ਕਿਹਾ ਤੂੰ ਕਿਹਦੇ ਨਾਲ ਸ਼ਾਦੀ ਕਰਨੀ ਹੈ? ਨਹੀਂ ਮੈਂ ਤੁਹਾਨੂੰ ਬੰਦਾ ਦੱਸਣੀ ਆ ਅਤੇ ਮੈਂ ਸ਼ਾਦੀ ਕਰਨੀ ਹੈ ਫਲਾਣੇ ਬੰਦੇ ਨਾਲ। ਉਹ ਮਾਂ ਦੀ ਤਾਂ ਇੱਕ ਵਾਰੀ ਸਮਝ ਲਓ ਕਿ ਅਟੈਕ ਹੋਣ ਨੂੰ ਆ ਗਿਆ ਕਿ ਬਈ ਇਹਨੇ ਇਤਨਾ ਵੱਡਾ ਲਫ਼ਜ਼ ਔਰ ਇੰਨੀ ਛੇਤੀ ਔਰ ਇੰਨੀ ਘੱਟ ਉਮਰ ਦੇ ਵਿੱਚ ਇਹਨੂੰ ਇੰਨਾ ਸਾਰਾ ਕੁਝ ਪਤਾ ਹੈ। ਅਤੇ ਲਿਹਾਜ਼ਾ ਇਹਦੀ ਫਿਕਰ ਕੀਤੀ ਜਾਏ। ਦੇਖੋ ਲੋਕਾਂ ਨੇ ਸਮਝਦਾਰੀ ਦਾ ਮੁਜ਼ਾਹਰਾ ਕੀਤਾ। ਉਹਨੇ ਫੌਰੀ ਤੌਰ 'ਤੇ ਉਹਦੀ ਬੇਟੀ ਸੀ, ਵੱਡੀ ਵਿਆਹੀ ਸੀ, ਉਹਨੂੰ ਫੋਨ ਕੀਤਾ ਸੀ ਕਿ ਵੀ ਇਹ ਸਾਡੇ ਘਰ ਦੇ ਵਿੱਚ ਥੋੜ੍ਹੀ ਗੜਬੜ ਹੋਈ ਹੈ ਅਤੇ ਜਲਦੀ ਨਾਲ ਤੂੰ ਆ। ਔਰ ਉਹ ਵੀ ਵਿਚਾਰੀ ਆ ਗਈ, ਆਪਣੇ ਜਣੇ ਕੋਲ ਇਜਾਜ਼ਤ ਲਈ ਸੀ ਕਿ ਵੀ ਮੈਂ ਚੱਲੀ ਹਾਂ, ਜ਼ਰਾ ਅੰਮੀ ਨੇ ਬੁਲਾਇਆ। ਉੱਥੇ ਆਈ ਅਤੇ ਆਣ ਕੇ ਅੰਮੀ ਕੋਲੋਂ ਪੁੱਛਿਆ ਤਾਂ ਉਹਨੇ ਆਖਿਆ ਜੀ ਅੰਦਰ ਹੀ ਰੋਟੀ ਕੋਈ ਨਹੀਂ ਸੁਖਾਦੀ। ਸ਼ਾਮ ਹੋ ਗਈ, ਦਰਵਾਜ਼ਾ ਖੜਕਾਇਆ। ਖੈਰ ਦਰਵਾਜ਼ਾ ਖੋਲ੍ਹਿਆ ਉਹਨੇ, ਖੋਲ੍ਹ ਕੇ ਅਤੇ ਉਹ ਅੰਦਰ ਮਿਲੀਆਂ ਗਲੀਆਂ ਬਹਿ ਕੇ ਗੱਪਸ਼ਪ ਮਾਰਨ ਲੱਗ ਪਈਆਂ। ਅਤੇ ਉਹਨੇ ਕਿਹਾ ਤੂੰ ਸ਼ਾਦੀ ਕਿਹਦੇ ਨਾਲ ਕਰਨੀ ਹੈ? ਇਹ ਮੈਂ ਉਹ ਜਿਹੜੇ ਵੈਗਨ ਵਾਲੇ ਸਾਹਿਬ ਨੇ ਉਹਦੇ ਨਾਲ ਸ਼ਾਦੀ ਕਰਨੀ। ਉਹਨੇ ਕਿਹਾ ਵਾਹ ਵੀ ਵਾਹ, ਇਹ ਤਾਂ ਬੜੀ ਗੱਲ ਹੈ ਕਿ ਬਈ ਉਹ ਤਾਂ ਬੜਾ ਚੰਗਾ ਬੰਦਾ ਹੈ, ਤੂੰ ਬੜਾ ਸਮਝਦਾਰ ਬੰਦਾ। ਹੁਣ ਉਹ ਭੈਣ ਆ, ਉਹਦੇ ਕੋਲ ਗੱਲ ਲੈਣ ਵਾਸਤੇ ਕਰਦੀ, ਉਹ ਤਾਂ ਬੜਾ ਸਮਝਦਾਰ ਹੈ ਅਤੇ ਸਿਆਣਾ ਵੀ ਹੈ ਅਤੇ ਇਸ ਤਰ੍ਹਾਂ ਦਾ ਵੀ ਅਤੇ ਉਸ ਤਰ੍ਹਾਂ ਦਾ ਵੀ। ਉਹਦੇ ਨਾਲ ਲੱਗ ਕੇ ਅਤੇ ਉਹਨੇ ਕਿਹਾ ਕਿ ਵੀ ਇਹ ਤੇਰੇ ਸਰਾਣੇ ਦੇ ਥੱਲੇ ਵਾਈਬ੍ਰੇਸ਼ਨ ਦੀ ਆਵਾਜ਼ ਆਉਂਦੀ ਪਈ, ਇਹ ਨਹੀਂ ਕੋਈ ਚੀਜ਼ ਨਹੀਂ ਆਈ। ਉਹ ਭੈਣ ਇੰਨੀਆਂ ਗੱਲਾਂ ਕਰਕੇ ਬਾਹਰ ਨਿਕਲ ਗਈ ਅਤੇ ਉਹਨੇ ਸਰਾਣੇ ਥੱਲੇ ਫੋਨ ਕੱਢਿਆ ਔਰ ਫੋਨ ਲੈ ਕੇ ਅਤੇ ਛੱਤ 'ਤੇ ਗਈ। ਛੱਤ 'ਤੇ ਭੈਣ ਮਗਰ ਗਈ ਹੈ ਅਤੇ ਉਹਨੇ ਕਿਹਾ ਤੂੰ ਵਾਹ ਬਈ ਵਾਹ, ਯਾਨੀ ਮਜ਼ਾਕ ਨਾਲ ਕਿ ਬਈ ਇਹ ਤਾਂ ਬੜੀ, ਤੇਰੇ ਕੋਲ ਇੱਕ ਹੀ ਫੋਨ ਹੈ, ਮੇਰੇ ਕੋਲ ਤਾਂ 2-2 3-3 ਹੁੰਦੇ ਸੀ। ਬਿਲਕੁਲ ਫਰੀ ਹੋ ਗਈ ਤਾਂ ਕਿ ਹੁਣ ਇਹਦੇ ਕੋਲ ਗੱਲ ਲਵਾਂ, ਤਾਂ ਕਿ ਅਸਲ ਬੰਦੇ ਤੱਕ ਪਹੁੰਚਣ ਵਾਸਤੇ ਕਿ ਵੀ ਇਹਦੇ ਕੋਲ ਹੋਰ ਵੀ ਕੁਝ ਚੀਜ਼ਾਂ ਹੈ ਨੇ। ਅਤੇ ਮੇਰੇ ਦੇ ਜਿਹੜੇ ਦੋਸਤ ਸਨ ਉਹ ਮੈਨੂੰ ਗਿਫਟ ਵੀ ਦਿੰਦੇ ਸਨ। ਉਹ ਮੇਰੇ ਕੋਲ 3-3 ਫੋਨ ਸੀ ਔਰ ਮੇਰੇ 'ਤੇ 2-3 ਬॉय ਫਰੈਂਡ ਸੀ ਔਰ ਉਹ ਕਰਕੇ ਉਹ ਆਪਣੇ ਕਮਰੇ 'ਚ ਦੁਬਾਰਾ ਲੈ ਆਈ ਔਰ ਉੱਥੇ ਬਹਿ ਕੇ ਉਹਨਾਂ ਨੇ ਗਿਫਟ ਵੀ ਜਿਹੜੇ ਉਹ ਦਿੱਤੇ ਸਨ। ਉਸ ਚੋਰ ਦੇ ਪੁੱਤਰ ਨੇ ਉਹ ਗਿਫਟ ਵੀ ਦੱਸੇ ਔਰ ਉਹਨੇ ਦੇਖਿਆ ਤਾਂ ਉਹਨੇ ਕਿਹਾ ਚਲੋ ਠੀਕ ਹੈ, ਤੇਰੀ ਸ਼ਾਦੀ ਕਰ ਦਿੰਦੇ ਹਾਂ, ਤੂੰ ਫਿਕਰ ਨਾ ਕਰ। ਉਹਨਾਂ ਨੇ ਉਹ ਮੋਬਾਈਲ ਉਹਦੇ ਕੋਲ ਲੈ ਲਿਆ ਕਿ ਮੋਬਾਈਲ ਮੈਨੂੰ ਦੇ, ਮੈਂ ਤੇਰੇ ਫੋਨ ਕਰਨੀ ਆ ਪਿੱਛੇ ਆਪਣੇ ਘਰ, ਮੇਰਾ ਫੋਨ ਕੰਮ ਨਹੀਂ ਕਰਦਾ ਪਿਆ। ਆਹ ਠੀਕ ਹੈ। ਉਹ ਕੁੜੀ ਹੁਣ ਖੁਸ਼-ਬਾਸ਼ ਕਿ ਬਈ ਮੇਰਾ ਕੰਮ ਹੋ ਚੱਲਿਆ, ਮੇਰੀ ਆਪੀ ਮੇਰੇ ਨਾਲ ਹੈ ਅਤੇ ਇਹਨੇ ਮੇਰਾ ਸਾਥ ਦੇ ਦੀ ਅਤੇ ਮੇਰੀ ਸ਼ਾਦੀ ਵੀ ਉੱਥੇ ਹੋ ਜਾਏ। ਮੁਤਮਿਨ ਰਾਤ ਸੋ ਗਈ। ਐਸੇ ਚੱਕਰ ਦੇ ਵਿੱਚ ਕਿਸੇ ਨਾਲ ਉਹਨਾਂ ਨੇ ਗੱਲਬਾਤ ਨਾ ਕੀਤੀ। ਉਹਨੇ ਕਿਹਾ ਸੌਣ ਦਿਓ, ਅਸੀਂ ਸਵੇਰੇ ਦੇਖਦੇ। ਸਵੇਰੇ ਸਕੂਲ ਜਦੋਂ ਗਈ ਉਹ ਫੋਨ ਉਹਦੇ ਕੋਲ ਰਹਿ ਗਿਆ ਔਰ ਉਹਨੇ ਵੈਗਨ ਵਾਲੇ ਦਾ ਜ਼ਾਹਿਰ ਹਰ ਬੰਦੇ ਨੂੰ ਪਤਾ ਹੁੰਦਾ ਬਈ ਕਿੱਥੇ ਦਾ ਹੈ ਅਤੇ ਕੌਣ ਹੈ, ਅਤੇ ਇਹਨਾਂ ਦੇ ਪਤਾ ਹੀ ਹੁੰਦਾ ਅਤੇ ਤਾਂ ਹੀ ਲਾਇਆ ਹੁੰਦਾ ਨਾ। ਉਹਦਾ ਪਤਾ ਕੀਤਾ ਔਰ ਉਹ ਭੈਣ ਉਹਨਾਂ ਦੇ ਘਰ ਗਈ ਅਤੇ ਉਹਨਾਂ ਦੇ ਘਰ ਗਈ ਅਤੇ ਉਹਦੇ 3 ਬੱਚੇ, ਇੱਕ ਉਹਦੀ ਬੇਟੀ ਜਿਹੜੀ ਉਹ ਤਕਰੀਬਨ ਜਵਾਨ ਅਤੇ 2 ਉਹਦੇ ਛੋਟੇ ਬੱਚੇ। ਉੱਥੇ ਗਈ, ਖੈਰ ਉਹਨਾਂ ਨਾਲ ਵੀ ਉਹਨੇ ਇੰਨੀ ਯਾਨੀ ਗੱਲਬਾਤ ਨਹੀਂ ਕੀਤੀ। ਉਹਦੀ ਘਰ ਵਾਲੀ ਨਾਲ ਉਹਨੂੰ ਪੁੱਛਿਆ ਕਿੱਛਾ ਸੂ ਅਤੇ ਉਹਨੇ ਦੱਸਿਆ ਵੀ ਮੇਰਾ ਜਣਾ ਹੈ, ਮੇਰੇ 3 ਬੱਚੇ ਨੇ, ਇੱਕ ਬੇਟੀ ਹੈ, 2 ਬੇਟੇ ਨੇ
ਉਹ ਇਸ ਤਰ੍ਹਾਂ ਕਰਕੇ ਉਹ ਆਇਆ ਜਿਸ ਵਕਤ 2 ਵਜੇ, ਤੇ ਉਹਨੂੰ ਕਿਹਾ ਸੀ ਕਿ ਬਈ ਮੈਨੂੰ ਪਤਾ ਲੱਗਿਆ ਵੀ ਤੂੰ ਵੈਗਨ ਚਲਾਉਣਾ ਹੈ ਤੇ ਸਾਨੂੰ ਕੰਮ ਹੈ 2-3 ਘੰਟੇ ਦਾ, ਤੇ ਤੂੰ ਸਾਡੇ ਨਾਲ ਚੱਲ। ਤੇ ਉਹ ਵੈਗਨ ਵਾਲਾ ਸੀ, ਉਹਨੇ ਕਿਹਾ ਠੀਕ ਹੈ। ਉਹ ਅੱਗੇ ਜਿਸ ਵਕਤ ਬੈਠੀ ਤੇ ਉਹ ਠਰਕੀ ਸੀ, ਉਹ ਗਈ, ਉਹਦਾ ਪੇਸ਼ਾਵਰ ਸੀ ਐਫਓ ਜੇ ਲੋਕ ਜਿਹੜੇ ਨੇ। ਉਹਨੇ ਕਿਹਾ ਕਿ ਇਹ ਤੇ ਫੌਰੀ ਤੌਰ ਤੇ ਅੱਗੇ ਮੇਰੇ ਨਾਲ ਬਹਿ ਗਈ ਹੈ। ਤੇ ਉਹਨੇ ਰਸਤੇ ਜਾ ਕੇ ਉਹਨੇ ਆਖਿਆ ਵੀ ਇਨਸਾਨ ਦਾ ਪੁੱਤਰ ਬਣ ਜਾ, ਮੈਂ ਤੈਨੂੰ ਅੱਜ ਸਮਝਾ ਰਹੀ ਹਾਂ, ਅਗਰ ਤੂੰ ਅੱਜ ਤੋਂ ਬਾਅਦ ਬਾਜ਼ ਨਾ ਆਇਆ ਤੇ ਤੇਰੀ ਹਾਲਤ ਜਿਹੜੀ ਹੈ ਨਾ ਉਹ ਗੈਰ ਹੋਵੇ। ਔਰ ਤੂੰ ਖਬਰਦਾਰ, ਮੈਂ ਉਹਦੀ ਭੈਣ ਬੋਲਣੀ ਗੱਲ ਕਰਨੀ ਆ ਵੀ ਉਹ ਤੈਨੂੰ ਇਸ ਗੱਲ ਦਾ ਨਹੀਂ ਪਤਾ ਹੈ, ਨਹੀਂ ਮੈਨੂੰ ਨਹੀਂ ਪਤਾ ਹੈ ਵੀ। ਹਰ ਮਾਫੀ ਤਰਲੇ ਤੋਂ ਬਾਅਦ ਉਹ ਲੈ ਗਈ। ਉਹਨੇ ਕਿਹਾ ਹੁਣ ਤੂੰ ਟੁਰ ਜਾ, ਔਰ ਅੱਜ ਤੋਂ ਬਾਅਦ ਤੂੰ ਵੈਗਨ ਵੀ ਨਹੀਂ ਚਲਾਣੀ, ਸਾਡੀ ਬੱਚੀ ਨੂੰ ਵੀ ਨਹੀਂ ਲੈ ਕੇ ਆਉਣਾ, ਔਰ ਵੈਗਨ ਤੇ ਕਿਸੇ ਹੋਰ ਬੰਦੇ ਨੂੰ ਲਾ। ਤੇ ਔਰ ਅਗਰ ਦੁਬਾਰਾ ਤੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਫਿਰ ਸਮਝ ਲਓ ਵੀ ਤੇਰਾ ਨਤੀਜੇ ਦਾ ਤੂੰ ਖੁਦ ਜ਼ਿੰਮੇਦਾਰ ਹੋਵੇਗਾ। ਲੇਕਿਨ ਉਹ ਕਿੱਥੇ ਬਾਜ਼ ਆਵੇਦਾ, ਕਿਉਂਕਿ ਉਹਨੇ ਸਾਰਾ ਡਰਾਮਾ ਲਿਖਿਆ ਸੀ ਔਰ ਉਹ ਸ਼ੈਤਾਨ ਉਹਦੇ ਜ਼ਿਹਨ ਤੇ ਹੈਵੀ ਸੀ। ਇੱਕ ਦਿਨ ਤੇ ਉਹ ਨਾ ਆਇਆ, ਲੇਕਿਨ ਦੂਸਰੇ ਦਿਨ ਉਹ ਫੋਨ ਉਹਦੇ ਕੋਲ ਹੀ ਸੀ। ਦੂਸਰੇ ਦਿਨ ਉਹਨੂੰ ਕਾਲ ਕਰਕੇ ਤੇ ਉਹਨੇ ਹੀ ਚੁੱਕਿਆ ਫੋਨ। ਅਜੇ ਤੱਕ ਉਹ ਕੁੜੀ ਦੇ ਕੋਲ ਹੀ ਸੀ, ਵੱਡੀ ਦੇ ਭੈਣ ਕੋਲ ਹੀ। ਫੋਨ ਉਹਨੇ ਚੁੱਕਿਆ ਤੇ ਹੈਲੋ ਕਰਕੇ ਉਹਨੇ ਚੁੱਪ ਕਰ ਰਹੀ, ਤੇ ਇਹ ਉਹਨੂੰ ਸੁਣਾ ਰਿਹਾ ਤੇਰੀ ਭੈਣ ਆਈ ਸੀ ਔਰ ਉਹ ਬੜੀ ਬਦਤਮੀਜ਼ੀ ਕਰਕੇ ਗਈ ਔਰ ਮੇਰੇ ਹੱਥੀ ਪੈਣ ਲਈ ਸੀ ਔਰ ਉਹਨੇ ਇਸ ਤਰ੍ਹਾਂ ਕਰਦੀ ਹੈ ਪਈ, ਤੇ ਤੂੰ ਕੱਲ ਜਿਹੜਾ ਨਾ ਘਰੋਂ ਕੱਪੜੇ ਛਪੜੇ ਲੈ ਆਵੀਂ, ਤੇ ਜਿਸ ਵਕਤ ਸਕੂਲ ਆਵੇਂਦੀ ਤੇ ਅਸੀਂ ਉੱਥੋਂ ਹੀ ਜਿਹੜਾ ਉਹ ਨਰਾਨ ਕਗਾਨ ਤੇ ਇੱਧਰ ਉੱਧਰ ਦੇ ਸਬਜ਼ੇ ਬਾਗ ਉਹਨੂੰ ਦੱਸਣ। ਉਹਨੇ ਫੋਨ ਤੇ ਬੰਦ ਕਰ ਲਿਆ, ਲੇਕਿਨ ਉਹਨੇ ਫਿਰ ਬੰਦੇ 2-3 ਆਪਣੇ ਜਿਹੜੇ ਨੇ ਉਹ ਬੁਲਾਏ, ਦੇਵਰ ਸ਼ੇਵਰ ਬੁਲਾ ਕੇ, ਤੇ ਉਹਨੂੰ ਜਾ ਕੇ ਤੇ ਉਹਦੇ ਮਹੱਲੇ ਦੇ ਵਿੱਚ ਖੂਬ ਫੈਂਟੀ ਲਾਈ। ਠੀਕ ਹੈ, ਉਹ ਫਿਰ ਉਹਦੀ ਮੁੱਛਾਂ ਛੁੱਛਾਂ ਮੁੰਨ ਕੇ ਕੋਈ ਟੈਨਸ਼ਨ, ਪਰ ਕੀ ਰਹਿ ਗਿਆ ਉਹਦੇ ਪੱਲੇ? ਸਭ ਤੋਂ ਪਹਿਲਾਂ ਬੰਦੇ ਨੂੰ ਖੁਦ ਜਿਹੜਾ ਉਹਦਾ ਬੁਰਾ ਹਾਲ ਕੀਤਾ। ਫਿਰ ਉਹ ਘਰ ਆਈ, ਘਰ ਆਣ ਕੇ ਫਿਰ ਉਹਨੇ ਆਪਣੀ ਮਾਂ ਨੂੰ ਸਮਝਾਇਆ ਕਿ ਬਈ ਹੁਣ ਇਹਨੂੰ ਸਕੂਲ ਰੋਕੋ ਔਰ ਇਹਦਾ ਕੋਈ ਰੱਸਾ ਵੱਢੋ। ਫਿਰ ਉਹ ਘਰ ਗਈ ਤੇ ਆਪਣੇ ਉਹਦੇ ਹਸਬੈਂਡ ਨੇ ਪੁੱਛਿਆ ਉਹਦੇ ਘਰ ਵਾਲੇ ਨੇ ਕਿ ਵੀ ਤੂੰ ਐਮਰਜੈਂਸੀ ਗਈ ਹੈ ਕੱਲ ਦੀ, ਕੀ ਬਣਿਆ? ਅਹੇ ਉਹ ਮੇਰੀ ਅੰਮੀ ਰਿਸ਼ਤਾ ਦੇਖਦੀ ਪਈ। ਉਹਨੇ ਕਿਹਾ ਤੇਰੀ ਭੈਣ ਤੇ ਇਹ ਛੋਟੀ ਹੈ, ਨਾਵੀਂ ਪੜ੍ਹਦੀ, 13-14 ਸਾਲ ਉਹਦੀ ਉਮਰ ਹੈ। ਅਹੇ ਨਹੀਂ, ਉਹ ਅੰਮੀ ਕਹਿੰਦੀ ਹੈ ਕਿ ਵੀ ਇਹਦਾ ਵਿਆਹ ਕਰਨਾ ਜਲਦੀ। ਖੈਰ ਉਹਨੇ ਆਪਣਾ ਇੱਕ ਮਾਸੀ ਦਾ ਪੁੱਤਰ ਜਾਂ ਕੋਈ ਕਜ਼ਨ ਉਹਨੇ ਦੱਸਿਆ ਕਿ ਵੀ ਉਹ ਮੁੰਡਾ ਕਮਾਉਂਦਾ ਵੀ ਹੈ, ਉਹ ਜੌਬ ਵੀ ਕਰਦਾ, ਤੇ ਉਹਦੇ ਨਾਲ ਅਗਰ ਕਰਦੀ ਹੈ। ਤੇ ਉਹਨੇ ਕਿਹਾ ਠੀਕ ਹੈ। ਤੇ ਉਹ ਦਸਤੀ ਉਹਨਾਂ ਦਾ ਸਮਝ ਲਓ ਮਹੀਨੇ ਤੋਂ ਉਹਦੇ ਅੰਦਰ ਸ਼ਾਦੀ ਹੋ ਗਈ, ਬਚ ਗਏ। ਅਗਰ ਉਹ ਜ਼ਰਾ ਕੁਤਾਈ ਜਾਂ ਜ਼ਰਾ ਵੀ ਉਹਦੇ 'ਚ ਲਾਪਰਵਾਹੀ ਦਾ ਮੁਜ਼ਾਹਰਾ ਕਰਦੇ ਤੇ ਉਹ ਗੱਲ ਕਿੱਥੇ ਦੀ ਕਿੱਥੇ ਟੁੱਟ ਜਾਣੀ ਸੀ ਔਰ ਦੁਬਾਰਾ ਵਾਪਸ ਨਹੀਂ ਸੀ ਆਉਣੀ। ਠੀਕ ਹੈ, ਇੱਕ ਵਾਰੀ ਉਹ ਟੁੱਟ ਜਾਂਦੀ ਤੇ ਸਮਝ ਲਓ ਸਾਰੀ ਜ਼ਿੰਦਗੀ ਵਾਸਤੇ ਟੁੱਟ ਗਈ। ਇੱਥੇ ਬੜੇ ਬੜੇ ਬੰਦੇ ਜਿਹੜੇ ਨੇ ਉਹ ਵਿਚਾਰੇ ਇੰਨੇ ਕੁ ਮਜਬੂਰ ਹੋ ਜਾਂਦੇ ਨੇ ਕਿ ਨਾ ਉਹ ਖੁਦਕੁਸ਼ੀ ਜੋ ਰਹਿੰਦੇ ਨੇ। ਸਿਰਫ ਬੱਚਿਆਂ ਨੂੰ ਇਸ ਦੌਰ ਦੇ ਵਿੱਚ ਸਭ ਤੋਂ ਪਹਿਲਾਂ ਤੇ ਤੁਸੀਂ ਜਿਹੜਾ ਨਾ ਮੋਬਾਈਲ ਜਿਹੜਾ ਇਹ ਸਾਰੀਆਂ ਰਾਵਾਂ ਦੱਸਦਾ। ਠੀਕ ਹੈ, ਉਹਦੇ ਨਾਲ ਉਹ ਕੀ ਕਰਦੀ ਰਹੀ ਹੈ ਉਹ ਤੇ ਇੱਕ ਲੰਮੀ ਦਾਸਤਾਨ ਹੈ। ਅਗਰ ਉਹ ਸੁਣਾਣੀ, ਜਿਸ ਤਰ੍ਹਾਂ ਉਹਦੀ ਵਾਲਦਾ ਨੇ ਮੈਨੂੰ ਗੱਲ ਸੁਣਾਈ ਹੈ, ਉਹ ਤੇ ਬਹੁਤ ਲੰਮੀ ਗੱਲ ਹੈ। ਸਭ ਤੋਂ ਪਹਿਲਾਂ ਤੇ ਮੋਬਾਈਲ, ਦੂਸਰਾ ਬੱਚੇ ਦਾ ਰਾਤ ਨੂੰ ਕੱਲਿਆਂ ਸੋਣਾ, ਫਿਰ ਤੀਸਰਾ ਬੱਚੇ ਨੂੰ ਤੁਸੀਂ ਜਿੱਥੇ ਭੇਜਦੇ ਹੋ ਉਹਦੇ ਤੇ ਕੜੀ ਨਜ਼ਰ। ਸਭ ਤੋਂ ਪਹਿਲਾਂ ਤੇ ਕੋਸ਼ਿਸ਼ ਕਰੋ 100% ਖੁਦ ਇਹ ਡਿਊਟੀ ਕਰੋ ਜੇ ਤੁਸੀਂ ਚਾਹੁੰਦੇ ਹੋ ਤੇ ਬੱਚੇ ਬਚਾਉਣਾ। ਨਹੀਂ ਤੇ ਫਿਰ ਉਸ ਬੰਦੇ ਤੇ ਕੜੀ ਨਜ਼ਰ ਰੱਖੋ, ਉਹਦੇ ਆਵਣ ਜਾਵਣ, ਉੱਠਣ ਬੈਠਣ, ਗੱਲਬਾਤ ਕਰਨ ਦਾ ਅੰਦਾਜ਼ ਜਿਹੜਾ ਉਹਦੇ ਤੇ ਉੱਤੇ ਫੋਕਸ ਰੱਖੋ। ਇਹ ਕੋਈ ਮਹਿਕਮਾ ਵੀ ਪਾਸ ਨਹੀਂ ਜੀ, ਜੇ ਬੜੇ ਤੋਂ ਬੜਾ ਕਾਰੀ ਵੀ ਜਿਹੜਾ ਨਾ ਉਹਦੇ ਤੇ ਵੀ ਇਤਮਾਦ ਨਾ ਕਰੋ। ਇਹ ਵੀ ਕਿ ਬੱਚੀ ਨੂੰ ਕੱਲਿਆ ਤੁਸੀਂ ਕਮਰੇ ਦੇ ਵਿੱਚ ਉਹ ਪੜ੍ਹਾਉਂਦਾ ਪਿਆ, ਉਹ ਵੀ ਬਹੁਤ ਖਤਰਨਾਕ। ਠੀਕ ਹੈ, ਔਰ ਸ਼ੈਤਾਨ ਉੱਥੇ ਜ਼ਿਆਦਾ ਹੈਵੀ ਹੁੰਦਾ, ਬਾਕੀਆਂ ਦੀ ਜਗ੍ਹਾ ਤੇ ਸਭ ਤੋਂ ਜ਼ਿਆਦਾ ਉਸ ਜਗ੍ਹਾ ਦੇ ਉੱਤੇ ਹੈਵੀ ਹੁੰਦਾ ਜਿੱਥੇ ਦੀਨ ਹੋਵੇ। ਲਿਹਾਜ਼ਾ ਤੁਸੀਂ ਕੋਈ ਰਕਸ਼ੇ ਵਾਲਾ, ਕੋਈ ਗੱਡੀ ਵਾਲਾ, ਸਭ ਦੇ ਉੱਤੇ ਕੜੀ ਨਜ਼ਰ। ਔਰ ਬੱਚੀ ਔਰ ਬੱਚੇ ਤੇ ਜਿਹੜੀ ਅਸਲ ਗੱਲ ਸੀ 13 ਸਾਲ ਤੋਂ ਲੈ ਕੇ 20 ਸਾਲ ਤੱਕ ਜਿਹੜੀ ਕੱਚੀ ਉਮਰ ਹੁੰਦੀ ਹੈ, ਜਿਹੜਾ ਪੈਗਾਮ ਤੁਹਾਨੂੰ ਦੇਣਾ ਚਾਹੁੰਦਾ, ਇਸ ਉਮਰ ਦੇ ਵਿੱਚ ਤੇ ਬੰਦਾ ਬੱਚੇ ਨੂੰ ਇਹ ਪਤਾ ਹੁੰਦਾ ਮੇਰੇ ਮੂੰਹ 'ਚ ਜਿਹੜਾ ਨਿਕਲਦਾ ਲਫ਼ਜ਼ ਉਹ ਪੂਰਾ ਹੋ ਜਾਏ। ਔਰ ਇਹਦੇ ਤੇ ਇਹਨਾਂ ਚੋਂ ਜਿਹੜੇ 6-7 ਸਾਲ ਨੇ ਇਹ ਬੜੇ ਖਾਸੁਲ ਖਾਸ ਨੇ, ਇਹਨਾਂ ਦੇ ਉੱਤੇ ਜਿਹੜਾ ਨਾ ਪੂਰਾ ਧਿਆਨ ਦਿਓ। ਫਿਰ ਜਦੋਂ ਬੱਚਾ 20 ਸਾਲ ਤੋਂ ਤਜਾਵਜ਼ ਕਰਦਾ ਨਾ, ਫਿਰ ਥੋੜਾ ਮੈਚੁਰ ਹੋਣਾ ਸ਼ੁਰੂ ਹੋ ਜਾਂਦਾ। ਫਿਰ ਉਹਦਾ ਤਾਲੀਮ ਦਾ ਜਾਂ ਉਹਦੇ ਬਾਹਰ ਜਾਣ ਦਾ, ਫਿਰ ਉਹਦੇ ਗੱਲਬਾਤ ਕਰਨ ਦਾ, ਫਿਰ ਉਹਨੂੰ ਆਪਣੀ ਜਿਸਮਾਨੀ ਲਿਹਾਜ਼ ਨਾਲ, ਫਿਰ ਆਪਣੀ ਜ਼ਿਹਨੀ ਉਹਨੂੰ ਇਸਤੇਮਾਲ ਕਰਨੀ ਆ ਜਾਂਦੀ। ਫਿਰ ਉਹਨੂੰ ਜਾਂਚ ਆ ਜਾਂਦੀ ਹੈ ਕਿ ਇਹ ਬੰਦਾ ਮੈਨੂੰ ਟੱਚ ਕਰ ਰਿਹਾ ਜਾਂ ਮੈਨੂੰ ਛੇੜ ਰਿਹਾ ਜਾਂ ਮੈਨੂੰ ਪੁੱਛ ਰਿਹਾ ਕੋਈ ਗੱਲ, ਔਰ ਇਹਦੇ ਪੁੱਛਣ ਦਾ ਅੰਦਾਜ਼ ਇਸ ਤਰ੍ਹਾਂ ਦਾ, ਫਿਰ ਉਹ ਸਮਝਦਾ। ਲੇਕਿਨ ਇਸ ਤੋਂ ਪਹਿਲਾਂ ਜਿਹੜਾ ਉਹ ਬੜਾ ਖਤਰਨਾਕ ਹੈ। ਮਾਂ ਪਿਓ ਨੂੰ ਚਾਹੀਦਾ ਕਿ ਇਹਨਾਂ ਬੱਚਿਆਂ ਨਾਲ ਬਿਲਕੁਲ ਫ੍ਰੀ ਹੋਵਣ, ਖਾਸ ਕਰਕੇ ਇਸ ਉਮਰ ਦੇ ਵਿੱਚ, ਔਰ ਉਹਨਾਂ ਤੋਂ ਝਾਕਾ ਨਾ ਰੱਖਣ ਤਾਂ ਕਿ ਉਹ ਇੱਕ ਦੂਸਰੇ ਨੂੰ ਸ਼ੇਅਰ ਕਰਨ, ਪੁੱਛਣ ਕਿ ਵੀ ਕੀ ਚਾਹੀਦਾ ਉਹਨੂੰ, ਕੀ ਖਾਂਦੀ ਹੈ, ਕੀ ਪੀਂਦੀ ਹੈ, ਕਿੱਧਰ ਜਾਂਦੀ ਹੈ, ਕੀ ਉਹਦੀ ਡਿਮਾਂਡ ਹੈ, ਉਹਦੀ ਵਜ੍ਹਾ ਕਤਾ, ਉਹਦਾ ਲਿਬਾਸ ਜਿਹੜਾ ਉਹਦੇ ਤੇ ਕੜੀ ਨਜ਼ਰ ਰੱਖੋ।
ਤਾਂ ਕਿ ਬੱਚੀ ਨੂੰ ਪਤਾ ਹੋਵੇ ਕਿ ਵੀ ਮੇਰਾ ਪਿਓ ਜਾਂ ਮੇਰੀ ਮਾਂ ਇਸ ਚੀਜ਼ ਨੂੰ ਦੇਖ ਰਹੀ, ਫਿਰ ਤੁਸੀਂ ਬਚ ਸਕਦੇ ਹੋ। ਨਹੀਂ ਤੇ ਵਕਤ ਇੰਨਾ ਡੱਡ ਹੈ ਕਿ ਅਲਫਾਜ਼ਾਂ 'ਚ ਬਿਆਨ ਨਹੀਂ ਕੀਤਾ ਜਾਂਦਾ ਕਿ ਬੱਚਿਆਂ ਦੇ ਨਾਲ ਜਿਹੜਾ ਨਾ ਉਹ ਤੁਹਾਨੂੰ ਇੱਕ ਵਾਰੀ ਫੇਰ ਬੱਚਿਆ ਹੋਣਾ ਪੈਂਦਾ, ਤਾਂ ਜਾ ਕੇ ਇਹ ਵਕਤ ਗੁਜ਼ਰਦਾ ਹੈ। ਤੇ ਅੱਲਾ ਕਰੇ ਸਾਰਿਆਂ ਦੀਆਂ ਇੱਜ਼ਤਾਂ ਮਹਿਫੂਜ਼ ਰਹਿਣ। ਉਹ ਪੈਗਾਮ ਅਗਰ ਚੰਗਾ ਲੱਗੇ ਤੇ ਅੱਗੇ ਸ਼ੇਅਰ ਕਰੋ। ਦੁਆਵਾਂ ਯਾਦ ਰੱਖਿਓ। ਮਾਸਲਾਮ।